ਤੋ ਹੁਣ ਲੜੀਵਾਰ ਕਥਾ ਆਪਾਂ ਵਿਚਾਰਨੀ ਹੈ। ਰਾਗ ਟੋਡੀ ਵਿੱਚ ਭਗਤਾਂ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਮਹਾਨ ਭਗਤ ਨਾਮਦੇਵ ਜੀ ਦੇ ਪਾਵਨ ਸ਼ਬਦ ਚੱਲ ਰਹੇ ਨੇ। ਸਰਵਣ ਕਰੀਏ, ਇਕਾਗਰਤਾ ਬਣਾਉਣ ਨਵੇਂ ਤਾਖੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਟੋਡੇ ਬਾਣੀ ਭਗਤਾਂ ਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਟੋਡੀ ਹੈ, ਬਾਣੀ ਭਗਤਾਂ ਦੀ ਪ੍ਰਾਰੰਭ ਹੁੰਦੀ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ। ਭਗਤ ਨਾਮਦੇਵ ਜੀ ਇਹ ਬਚਨ ਉਚਾਰਦੇ। ਕੋਈ ਤਾਂ ਕਹਿੰਦਾ ਰੱਬ ਬੜਾ ਨੇੜੇ, ਨੇੜੇ ਤੋਂ ਨੇੜੇ। ਕੋਈ ਕਹਿੰਦਾ ਰੱਬ ਬੜੀ ਦੂਰ ਹੈ। ਕੋਈ ਕਹਿੰਦਾ ਜੀ ਬੜੀ ਦੂਰ ਹੈ, ਕੋਈ ਕਹਿੰਦਾ ਜੀ ਨੇੜੇ। ਇਹੀ ਚੱਲਦਾ ਸੰਸਾਰ 'ਚ। ਨੇੜਾ ਨਹੀਂ ਦੂਰ। ਕੋਈ ਕਹਿੰਦਾ ਨੇੜੇ ਹੈ ਦੂਰ ਨਹੀਂ। ਕੋਈ ਕਹਿੰਦਾ ਨੇੜਾ ਨਹੀਂ ਦੂਰ, ਨੇੜੇ ਨਹੀਂ ਬੜੀ ਦੂਰ ਹੈ। ਏਦਾਂ ਆਖਦੇ ਨੇ। ਕੋਈ ਨੇੜੇ ਕਹਿੰਦਾ ਤੇ ਕੋਈ ਦੂਰ ਕਹਿੰਦਾ, ਪਰ ਜਦੋਂ ਹੈ ਹੀ ਉਹ ਆਪੇ ਆਪ, ਤੇ ਫਿਰ ਕਿਹਨੂੰ ਨੇੜੇ ਕਹੀਏ ਤੇ ਕਿਹਨੂੰ ਦੂਰ ਕਹੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੱਥੇ ਵੀ ਨੇੜੇ ਵੀ ਉਹ ਹੈ ਤੇ ਦੂਰ ਵੀ ਜਿਸ ਨੂੰ ਆਪਾਂ ਦੂਰ ਕਹਿ ਰਹੇ ਹਾਂ, ਹੈ ਹੀ ਉਹ। ਆ ਜਿਹੜਾ ਆਕਾਸ਼ ਹੈ ਮੇਰੇ ਆਲੇ ਦੁਆਲੇ, ਤੁਹਾਡੇ ਸਾਰਿਆਂ ਦੇ ਦੁਆਲੇ, ਇਹਨੂੰ ਆਪਾਂ ਨੇੜੇ ਕਹਿ ਸਕਦੇ ਹਾਂ ਜਾਂ ਇਹਨੂੰ ਦੂਰ ਕਹਿ ਸਕਦੇ ਹਾਂ। ਇੱਥੇ ਵੀ ਆ, ਉੱਤੇ ਆਕਾਸ਼ ਵੱਲ ਵੇਖੋਗੇ ਉੱਥੇ ਵੀ ਇਹ ਤਾਂ ਸਾਰੇ ਪਾਸੇ ਹੀ ਹੈ ਨਾ। ਕਦੇ ਆਕਾਸ਼ ਨੂੰ ਆਪਾਂ ਨੇੜੇ ਦੂਰ ਕਹਿ ਸਕਦੇ ਹਾਂ? ਹਾਲਾਂਕਿ ਆਕਾਸ਼ ਤੱਤਵ ਇੱਕ ਪ੍ਰਕਾਰ ਨਾਲ ਸਥੂਲ ਹੀ ਹੈ, ਤੇ ਪ੍ਰਮਾਤਮਾ ਤਾਂ ਇਸ ਆਕਾਸ਼ ਨਾਲੋਂ ਵੀ ਸੂਖਸ਼ਮ ਹੈ। ਫਿਰ ਉਸ ਨੂੰ ਕਿਵੇਂ ਆਖੀਏ ਵੀ ਇਹ ਨੇੜੇ ਤੇ ਦੂਰ, ਜਦੋਂ ਆਪੇ ਆਪ ਹੀ ਹੈ। ਰਾਗੀ ਸਿੰਘ ਗਾ ਕੇ ਗਏ ਨੇ ਨਾ ਆਸਾ ਜੀ ਦੀ ਵਾਰ ਵਿੱਚ, ਰੋਜ਼ ਪੜ੍ਹਦੇ ਸੁਣਦੇ ਹਾਂ। ਸਭ ਕਿਛ ਆਪੇ ਆਪ, ਕਿਸਨੋਂ ਕਹੀਐ ਨਾਨਕਾ। ਸਭ ਕਿਛ ਆਪੇ ਆਪ। ਜਦੋਂ ਆਪੇ ਆਪ ਹੀ ਹੈ ਤੇ ਫਿਰ ਜਦੋਂ ਆਪੇ ਆਪ ਹੀ ਹੈ, ਫਿਰ ਕਿਸ ਨੂੰ ਨੇੜੇ ਕਹੀਏ ਤੇ ਕਿਸ ਨੂੰ ਦੂਰ ਕਹੀਏ। ਕਹਿੰਦੇ ਉਹਨੂੰ ਨੇੜੇ ਜਾਂ ਦੂਰ ਦੱਸਣਾ, ਉਹ ਤਾਂ ਇਸ ਤਰ੍ਹਾਂ ਹੋਵੇਗਾ। ਜਲ ਕੇ ਮਾਂ ਛੋਲੇ ਚਰੈ ਖਜੂਰ। ਜਿਵੇਂ ਕੋਈ ਕਹਿ ਦੇ ਜੀ ਪਾਣੀ ਵਿੱਚੋਂ ਮੱਛੀ ਨਿਕਲ ਕੇ ਖਜੂਰ ਤੇ ਚੜ ਗਈ ਹੈ। ਇਹ ਕਦੇ ਹੋ ਸਕਦਾ ਭਲਾ? ਖਜੂਰ ਤੇ ਤਾਂ ਬੰਦੇ ਕੋਲ ਨਹੀਂ ਚੜਿਆ ਜਾਂਦਾ, ਮੱਛੀ ਕਿੱਥੇ ਚੜੇਗੀ? ਕਹਿੰਦੇ ਜਿਵੇਂ ਆਹ ਗੱਲ ਹੁੰਦੀ ਹੈ ਵੀ ਇਹ ਕਹਿ ਦੇਣਾ ਵੀ ਪਾਣੀ ਦੀ ਮੱਛੀ ਖਜੂਰ ਤੇ ਜਾ ਚੜੀ ਹੈ। ਕਹਿੰਦੇ ਇਸੇ ਤਰ੍ਹਾਂ ਜੇ ਕੋਈ ਆਖੇ ਵੀ ਰੱਬ ਨੇੜੇ ਹੈ ਜਾਂ ਦੂਰ ਹੈ, ਇਹ ਤਾਂ ਏਦਾਂ ਦੀ ਗੱਲ ਹੋਈ ਜਿਵੇਂ ਆਹ ਗੱਲ ਹੋਈ ਵੀ ਪਾਣੀ ਦੀ ਮੱਛੀ ਖਜੂਰ ਚੜ ਗਈ, ਵੀ ਯਾਨੀ ਕਿ ਇਹ ਕਹਿਣ ਵਾਲੀ ਗੱਲ ਨਹੀਂ ਹੈ। ਜਦੋਂ ਆਪੇ ਆਪ ਹੀ ਹੈ, ਉਹੀ ਜਦੋਂ ਵਿਆਪਕ ਹੈ ਸਰਬ ਥਾਈ, ਤੋ ਫਿਰ ਜਲ ਕੀ ਮਾਚ, ਜਿਵੇਂ ਖਜੂਰ ਤੇ ਬੰਦੇ ਕੋਲੋਂ ਚੜਨਾ ਵੀ ਮੁਸ਼ਕਿਲ ਹੈ, ਮਨੁੱਖ ਵੀ ਨਹੀਂ ਚੜ ਸਕਦਾ, ਮਛਲੀ ਕਿਵੇਂ ਚੜ ਜਾਏਗੀ? ਇਸ ਕਰਕੇ ਕਹਿੰਦੇ ਜਿਵੇਂ ਆ ਅਸੰਭਵ ਹੈ ਨਾ, ਇਹ ਗੱਲ ਕਹਿਣੀ ਬੇਬੁਨਿਆਦ ਜੀ ਗੱਲ ਹੈ। ਜਿਵੇਂ ਕਹਿੰਦੇ ਨੇ ਵੀ ਅਰਲ ਬਰਲ, ਇਹ ਅਰਲ ਬਰਲੀ ਹੈ ਨਾ, ਫਿਰ ਵੀ ਇਹ ਕਹਿ ਦੇਣਾ ਇਹਦਾ ਕੋਈ ਗੱਲ ਦਾ ਕੋਈ ਮਤਲਬ ਤਾਂ ਨਹੀਂ ਬਣਦਾ ਵੀ ਪਾਣੀ ਦੀ ਮੱਛੀ ਖਜੂਰ ਚੜ ਗਈ।
ਕਹਿੰਦੇ ਇਸੇ ਤਰ੍ਹਾਂ ਕਹਿਣਾ ਵੀ ਕੋਈ ਬੋਲੇ ਨੇੜੇ ਤੇ ਕੋਈ ਬੋਲੇ ਦੂਰ, ਇਹ ਵੀ ਗੱਲ ਇਦਾਂ ਦੀ ਹੈ। ਨੇੜੇ ਦੂਰ ਤਾਂ ਉਹਨੂੰ ਕਹੀਏ ਵੀ ਜੇ ਉਹਦੇ ਤੋਂ ਬਿਨਾਂ ਕੋਈ ਦੂਜਾ ਹੋਵੇ, ਜਦੋਂ ਉਹੀ ਆਪੇ ਆਪ ਹੀ ਹੈ ਤੇ ਫਿਰ ਕਿਸ ਨੂੰ ਨੇੜੇ ਤੇ ਕਿਸ ਨੂੰ ਦੂਰ ਆਖੀਏ। ਆਏ ਰੇ ਬਕਵਾਦ ਲਾਇਓ। ਸੱਜਣਾ ਤੂੰ ਕਾਹਦਾ ਇਹ ਬਕਵਾਦ ਲਾਇਆ, ਵਿਅਰਥ ਜੇ ਬੋਲ। ਬਕਵਾਦ ਦਾ ਮਤਲਬ ਹੁੰਦਾ ਹੈ ਵੀ ਜਿਨ੍ਹਾਂ ਦੇ ਬੋਲਾਂ ਦਾ ਕੋਈ ਤਾਤ ਪਰਜ ਨਹੀਂ ਹੈ। ਇਹ ਕਾਹਦਾ ਤੂੰ ਬਕਵਾਦ ਲਾਇਆ ਹੋਇਆ ਪੰਡਤ? ਪੜ੍ਹਿਆ ਲਿਖਿਆ ਸੀ, ਜਿਹਦੇ ਨਾਲ ਗੱਲਬਾਤ ਹੋ ਰਹੀ, ਉਹਨੂੰ ਆਪਣੀ ਵਿੱਦਿਆ ਦਾ ਬੜਾ ਮਾਣ ਗਰੂਰ ਸੀ। ਕਹਿੰਦੇ ਤੂੰ ਆ ਕਾਹਦਾ ਬਕਵਾਦ ਲਾਇਆ ਹੋਇਆ, ਇਹ ਕਾਹਦੇ ਵਿਅਰਥ ਜੇ ਬੋਲ ਬੋਲ ਰਿਹਾ? ਜਿਨ ਹਰ ਪਾਇਓ ਤਿਨ ਹੈ ਛਪਾਇਓ। ਜਿਨ੍ਹਾਂ ਨੇ ਹਰੀ ਪਾਇਆ ਹੁੰਦਾ ਉਹ ਤੇਰੇ ਵਾਂਗੂ ਢੰਡੋਰਾ ਨਹੀਂ ਪਿੱਟਦੇ ਹੁੰਦੇ, ਉਹ ਤਾਂ ਛੁਪਾ ਕੇ ਰੱਖਦੇ ਐ। ਉਹਨਾਂ ਨੂੰ ਬੋਲ ਬਾਲ ਕੇ ਜਾਂ ਉਹਨਾਂ ਨੂੰ ਗਿਆਨ ਕਰੋੜ ਕਰੋੜ ਕੇ ਨਹੀਂ ਦੱਸਣਾ ਪੈਂਦਾ ਬਹੁਤਿਆਂ ਨੂੰ ਸੰਸਾਰ ਦੇ ਵਿੱਚ। ਜਿਨ੍ਹਾਂ ਨੇ ਹਰੀ ਪਾ ਲਿਆ ਉਹ ਤਾਂ ਫਿਰ ਉਸ ਨੂੰ ਪਾ ਕੇ ਬਸ ਜਿਵੇਂ ਕੱਛੂ ਕੁੰਮਾ ਨਹੀਂ ਬਹਿ ਜਾਂਦਾ, ਸਾਰਾ ਕੁਝ ਸਮੇਟ ਕੇ ਅੰਦਰ ਹੀ। ਕੱਛੂ ਕੁੰਮੇ ਦਾ ਸਿਰ, ਉਹਦੇ ਚਾਰੇ ਪੈਰ, ਪੂੰਛ, ਸਭ ਕੁਝ ਇਕੱਠਾ ਅੰਦਰ ਹੀ ਕਰ ਲੈਂਦਾ ਨਾ। ਕਹਿੰਦੇ ਏਦਾਂ ਜਿਨ੍ਹਾਂ ਨੇ ਹਰੀ ਨੂੰ ਪਾ ਲਿਆ ਉਹ ਤਾਂ ਫਿਰ ਆਪਣੇ ਅੰਦਰ ਹੀ ਲੁਕੋ ਕੇ ਰੱਖ ਲੈਂਦੇ ਆਪਣੇ ਆਪੇ। ਮਜਾਲ ਹੈ ਕਿਤੇ ਉਹ ਬਾਹਰ ਪ੍ਰਗਟ ਵੀ ਹੋਣ ਦੇਣ। ਮਣੀ ਜਨਾ ਸੱਪਾਂ ਸਿਰਾ ਹੋਏ, ਸੱਪਾਂ ਵਿੱਚ ਫਿਰੰਦੇ। ਜਿਹਨਾਂ ਸੱਪਾਂ ਦੇ ਸਿਰਾਂ ਤੇ ਮਣੀਆਂ ਹੁੰਦੀਆਂ ਨੇ ਉਹ ਵੀ ਸੱਪਾਂ ਵਿੱਚ ਹੀ ਫਿਰਦੇ ਆ, ਪਤਾ ਥੋੜੀ ਲੱਗਦਾ ਉਹਨਾਂ ਦਾ ਵੀ ਇਹ ਮਣੀ ਵਾਲਾ ਸੱਪ ਹੈ ਕਿ ਦੂਜਾ। ਉਹ ਵੀ ਸੱਪਾਂ ਵਿੱਚ ਹੀ ਫਿਰਦੇ। ਏਦਾਂ ਜਿਨ੍ਹਾਂ ਨੇ ਹਰੀ ਪਾ ਲਿਆ ਉਹਨਾਂ ਨੂੰ ਕੋਈ ਵੱਖਰੀ ਪੂੰਛ ਨਹੀਂ ਲੱਗ ਜਾਂਦੀ, ਉਹ ਕੋਈ ਤੇਰੇ ਵਾਂਗੂ ਵੱਖਰਾ ਦਾਵਾ ਨਹੀਂ ਕਰਦੇ ਫਿਰਦੇ ਹੁੰਦੇ। ਉਹ ਤਾਂ ਫਿਰ ਉਹਨਾਂ ਵਿੱਚ ਹੀ ਫਿਰਦੇ ਆ, ਗ੍ਰਸਤੀਆਂ ਵਿੱਚ ਹੀ, ਸੰਸਾਰ ਦੇ ਵਿੱਚ ਹੀ। ਕੋਈ ਵਿਰਲਾ ਜਿਹੜਾ ਪਛਾਣ ਲਵੇ ਉਹਨਾਂ ਨੂੰ ਵੀ ਨਾ ਪਾ ਲਿਆ, ਨਹੀਂ ਤਾਂ ਉਹ ਪ੍ਰਗਟ ਹੀ ਨਹੀਂ ਹੋਣ ਦਿੰਦੇ। ਉਹ ਪ੍ਰਗਟ ਹੀ ਨਹੀਂ ਹੋਣ ਦਿੰਦੇ। ਕੋਈ ਵਿਰਲਾ ਜਗਿਆਸੂ ਨਾ ਪਾਸ ਜਾਵੇ ਤੇ ਉਹ ਪਰਖ ਕਰ ਲੈਂਦਾ ਵੀ ਇਹਨਾਂ ਅੰਦਰ ਤਾਂ ਸਾਖਸ਼ਾਤਕਾਰ ਹੈ, ਇਹਨਾਂ ਤਾਂ ਨਿਰੰਕਾਰ ਦੀ ਪ੍ਰਾਪਤੀ ਕਰ ਲਈ ਹੋਈ ਹੈ। ਬਣੀਆਂ ਗੁੜ ਲੁਕਾ ਕੇ ਰੱਖਦਾ ਪਰ ਕੀੜੇ ਜਾ ਹੀ ਪਹੁੰਚਦੇ ਉੱਥੇ, ਜਿੰਨਾ ਮਰਜ਼ੀ ਲੁਕਾ ਕੇ ਰੱਖ ਲੈ ਦੁਕਾਨ 'ਚ। ਇਸੇ ਤਰ੍ਹਾਂ ਮਹਾਂਪੁਰਸ਼ ਆਪਣਾ ਆਪ ਛੁਪਾ ਕੇ ਰੱਖਦੇ ਨੇ। ਆਤਮ ਸਵਰੂਪ ਉਹਨਾਂ ਨੇ ਪ੍ਰਾਪਤ ਕਰਕੇ ਉਹਨਾਂ ਨੂੰ ਛੁਪਾ ਲਿਆ। ਇਹ ਕੋਈ ਪ੍ਰਗਟ ਕਰਨ ਦੀ ਸ਼ੈ ਥੋੜੀ ਹੈ, ਤੇ ਨਾਲੇ ਪ੍ਰਗਟ ਹੋ ਵੀ ਨਹੀਂ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਸ ਨੇ ਪਾ ਲਿਆ ਉਹ ਬਿਆਨ ਹੀ ਨਹੀਂ ਕਰਕੇ ਦੱਸ ਸਕਦਾ। ਇਹ ਗੂੰਗੇ ਦਾ ਗੁੜ ਹੈ, ਖਾ ਲਿਆ, ਹੁਣ ਕਿਵੇਂ ਦੱਸੇ ਇਹਦਾ ਸਵਾਦ ਕੀ ਹੈ? ਕਿਵੇਂ ਦੱਸੇ? ਜੇ ਦੱਸੇਗਾ ਤੇ ਲੋਕਾਂ ਨੇ ਕਹਿਣਾ ਆਹ ਕੀ ਹੈ ਜੀ। ਉਹਨਾਂ ਦੇ ਭਾਣੇ ਤਾਂ ਫਿਰ ਅਰਲ ਬਰਲੀ ਹੈ ਜੀ। ਤਾਂ ਬੌਰਾ ਕਬੀਰ ਨੂੰ ਵੀ ਕਹਿਣ ਲੱਗ ਪਏ ਬੌਰਾ। ਕਬੀਰ ਕਹਿੰਦੇ ਹਾਂ ਮੈਂ ਬੌਰਾ, ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਤੁਸੀਂ ਸਿਆਣੇ ਬਣ ਜਾਓ, ਮੈਂ ਬੌਰਾ ਹੀ ਠੀਕ ਹਾਂ। ਕਹਿਣ ਤੋਂ ਭਾਵ ਜਿਹਨਾਂ ਹਰੀ ਪਾ ਲਿਆ, ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਉਹਨਾਂ ਛਪਾ ਲਿਆ। ਜਿਨ ਹਰ ਪਾਇਓ ਤਿਨਹਿ ਛਪਾਇਓ, ਉਹਨਾਂ ਛੁਪਾ ਲਿਆ। ਉਹਨਾਂ ਪ੍ਰਗਟ ਨਹੀਂ ਕੀਤਾ ਆਪਣਾ ਆਪ। ਉਹਨਾਂ ਉਸ ਆਤਮ ਆਨੰਦ ਨੂੰ, ਘਣੇ ਆਨੰਦ ਨੂੰ ਆਪਣੇ ਹਿਰਦੇ ਵਿੱਚ ਮਾਣਿਆ ਹੈ। ਗੂੰਗੇ ਦੇ ਗੁੜ ਵਾਂਗੂ ਖਾ ਕੇ ਮੁਸਕਰਾਉਂਦੇ ਤਾਂ ਹਨ, ਜੋ ਚਾਖ ਗੂੰਗਾ ਮੁਸਕਾਰੈ, ਪਰ ਉਹ ਦੱਸ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ। ਪੰਡਤ ਜੀ ਜਿਵੇਂ ਤੁਸੀਂ ਇਹ ਬਕਵਾਦ ਲਾਇਆ ਹੋਇਆ, ਏਦਾਂ ਨਹੀਂ ਉਹ ਬੋਲਿਆ ਕਰਦੇ। ਪੰਡਤ ਹੋਏ ਕੈ ਵੇਦ ਬਖਾਨੈ। ਮਹਾਰਾਜ ਜੀ ਤੁਸੀਂ ਤਾਂ ਪੰਡਤ ਹੋ, ਤੇ ਪੰਡਤ ਹੋ ਕੇ ਵੇਦ ਵਿਖਾਣ ਲੈਂਦੇ ਹੋ, ਵੇਦ ਪੜ੍ਹ ਲੈਂਦੇ ਹੋ, ਵੇਦਾਂ ਦੀ ਵਿਆਖਿਆ ਕਰ ਲੈਂਦੇ ਹੋ। ਮੈਂ ਵਿਚਾਰਾ ਅਨਪੜ੍ਹ ਜਿਹਾ ਬੰਦਾ, ਮੈਨੂੰ ਕੀ ਪਤਾ ਵੇਦ ਕੀ ਹੁੰਦੇ ਆ, ਵੇਦਾਂ 'ਚ ਕੀ ਕਿਹਾ ਗਿਆ। ਤੁਸੀਂ ਹੋ ਪੰਡਤ ਜਨ, ਤੇ ਤੁਸੀਂ ਪੰਡਤ ਹੋ ਕੇ ਵੇਦ ਪੜ੍ਹ ਲੈਂਦੇ ਹੋ, ਵੇਦਾਂ ਦੀ ਵਿਆਖਿਆ ਵੀ ਕਰ ਲੈਂਦੇ ਹੋ। ਮੂਰਖ ਨਾਮ ਦਿਓ ਰਮ ਹੈ ਜਾਣੈ। ਔਰ ਤੁਹਾਡੇ ਵਰਗੇ ਜਿਹੜੇ ਪੰਡਤ ਨੇ, ਉਹ ਮੇਰੇ ਵਰਗੇ ਜਿਹੜੇ ਵੇਦ ਨਹੀਂ ਪੜ੍ਹੇ ਹੋਏ ਉਹਨਾਂ ਨੂੰ ਮੂਰਖ ਦੱਸਦੇ ਆ। ਏਦਾਂ ਹੀ ਦੱਸਦੇ ਆ ਨਾ, ਤੁਸੀਂ ਵੇਦ ਪੜ੍ਹੇ ਹੋਏ ਨੇ, ਤੁਸੀਂ ਪੰਡਤ ਜਿਹੜਾ ਨਹੀਂ ਪੜ੍ਹਿਆ ਹੋਇਆ ਉਹਨੂੰ ਕਹਿ ਦਿੰਦੇ ਹੋ ਮੂਰਖ। ਅਨਪੜ੍ਹਾਂ ਨੂੰ ਲੋਕ ਪੜ੍ਹੇ ਲਿਖੇ ਮੂਰਖ ਹੀ ਦੱਸਦੇ ਆ ਨਾ।
ਕਹਿਣ ਲੱਗੇ ਵੀ ਤੁਸੀਂ ਵੇਦ ਪੜ੍ਹੇ, ਸੰਸਕ੍ਰਿਤ ਪੜ੍ਹੀ ਹੋਈ, ਤੁਸੀਂ ਹੋ ਗਏ ਪੰਡਤ, ਤੇ ਮੇਰੇ ਵਰਗਿਆਂ ਨੂੰ ਤੁਸੀਂ ਮੂਰਖ ਦੱਸਦੇ ਹੋ। ਚਲੋ ਮੈਂ ਮੂਰਖ ਹੀ ਸਹੀ, ਮੈਨੂੰ ਨਹੀਂ ਪਤਾ ਵੇਦ ਕੀ ਆਖਦੇ ਨੇ, ਕੀ ਕਹਿੰਦੇ ਨੇ। ਮੂਰਖ ਨਾਮ ਦਿਓ, ਨਾਮਦੇਵ ਜੀ ਕਹਿੰਦੇ ਮੈਂ ਮੂਰਖ ਹੀ ਸਹੀ, ਤੁਸੀਂ ਕਹਿੰਦੇ ਹੋ ਤਾਂ ਚਲੋ ਮੈਂ ਮੰਨ ਲੈਣਾ ਮੈਂ ਮੂਰਖ ਹੀ ਸਹੀ, ਪਰ ਮੈਂ ਤਾਂ ਸਿਰਫ ਆਪਣੇ ਰਾਮ ਦੇ ਨਾਮ ਨੂੰ ਜਾਣਦਾ, ਮੈਨੂੰ ਹੋਰ ਨਹੀਂ ਕੁਝ ਪਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੂਰਖ ਨਾਮ ਦਿਓ ਰਾਮ ਹੈ ਜਾਣੈ, ਮੈਂ ਤੇ ਰਾਮ ਨਾਮ ਨੂੰ ਜਾਣਦਾ, ਔਰ ਇਹ ਜਾਣਦਾ ਵੀ ਉਹਦੇ ਤੋਂ ਬਿਨਾਂ ਇਹ ਸਾਰੇ ਵੇਦ ਵਗੈਰਾ ਜਿਹੜੇ ਨੇ ਸਭ ਫੋਕੇ ਨੇ, ਮੈਂ ਵੀ ਜਾਣਦਾ। ਤੁਸੀਂ ਪੰਡਤ ਜਨ ਹੋ, ਵੇਦ ਪੜ੍ਹੇ ਹੋਏ ਹੋ, ਜਾਣਦੇ ਹੋ ਸਾਰਾ ਕੁਝ ਵੇਦ ਕੀ ਆਖਦੇ ਨੇ। ਤੁਹਾਡੀ ਦ੍ਰਿਸ਼ਟੀ 'ਚ ਮੈਂ ਮੂਰਖ ਹਾਂ, ਪਰ ਮੈਂ ਮੂਰਖ ਨਾਮ ਦਿਓ ਕੇਵਲ ਰਾਮ ਨੂੰ ਜਾਣਦਾ, ਉਹਦੇ ਬਿਨਾਂ ਮੇਰੀ ਹੋਰ ਕਿਸੇ ਨਾਲ ਕੋਈ ਜਾਣਕਾਰੀ ਨਹੀਂ। ਮੈਂ ਤਾਂ ਆਪਣੇ ਸਾਹਿਬ ਦੇ ਨਾਮ ਨੂੰ ਜਾਣਦਾ ਜੀ, ਮੈਂ ਨਹੀਂ ਕੁਝ ਹੋਰ ਪੜ੍ਹਾਈ ਲਿਖਾਈ ਜਾਣਦਾ, ਮੈਨੂੰ ਤਾਂ ਬਸ ਵਾਹਿਗੁਰੂ 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 ਬਸ ਇਹੀ ਜਾਣਦਾ ਵੀ ਇਹ ਕਹਿਣਾ, ਇਹ ਜਪਣਾ ਮੇਰੇ ਗੁਰੂ ਦਾ ਹੁਕਮ ਹੈ। ਹਾਂਜੀ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੈ। ਦੱਸੋ ਹਾਂ ਭਲਾ ਕਿਹੜਾ ਕਲੰਕ ਰਹਿ ਜਾਂਦਾ ਰਾਮ ਨਾਮ ਲੈਂਦੇ ਆ? ਕੋਈ ਕਲੰਕ ਰਹਿ ਜਾਂਦਾ? ਸਾਰੇ ਕਲੰਕ ਧੋ ਦਿੰਦਾ ਰਾਮ ਦਾ ਨਾਮ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਆਹ ਭਗਤ ਨਾਮਦੇਵ। ਦੱਸੋ ਕਿਹੜਾ ਕਲੰਕ ਰਹਿ ਗਿਆ? ਪੁੱਛਦੇ ਆ ਕੋਈ ਕਲੰਕ ਰਹਿ ਜਾਂਦਾ ਰਾਮ ਦਾ ਨਾਮ ਲਿਆ? ਯਾਨੀ ਕਿ ਕਹਿਣ ਦਾ ਭਾਵ ਹੈ ਵੀ ਸਾਰੇ ਕਲੰਕ ਧੋਤੇ ਜਾਂਦੇ ਨੇ ਰਾਮ ਦਾ ਨਾਮ ਲਿਆ, ਕਿਉਂਕਿ ਰਾਮ ਦਾ ਨਾਮ ਨਿਸ਼ਕਲੰਕ ਹੈ। ਤੇ ਨਿਸ਼ਕਲੰਕ ਨਾਮ ਨੂੰ ਜਪਣੇ ਕਰਨ ਵਾਲੇ ਜਿਹੜੇ ਜਪਣ ਵਾਲੇ ਅਭਿਆਸੀ ਨੇ ਉਹ ਵੀ ਨਿਸ਼ਕਲੰਕ ਹੋ ਜਾਂਦੇ, ਉਹਨਾਂ ਦੇ ਸਾਰੇ ਕਲੰਕ ਧੋਤੇ ਜਾਂਦੇ, ਸਾਰੇ ਕਲੰਕ ਉਹਨਾਂ ਦੇ ਲੱਥ ਜਾਂਦੇ ਜਦੋਂ ਰਾਮ ਨਾਮ ਜਪਦੇ। ਕੌਡੇ ਨੂੰ ਕਲੰਕ ਸੀ, ਬੰਦੇ ਖਾਂਦਾ, ਗੁਰੂ ਨਾਨਕ ਸਾਹਿਬ ਦੀ ਸ਼ਰਨ ਆਇਆ, ਨਾਮ ਜਪਿਆ, ਉਹਦੇ ਸਾਰੇ ਕਲੰਕ ਧੋਤੇ ਗਏ। ਉਹ ਰਾਖਸ਼ ਨਹੀਂ ਰਿਹਾ, ਦੇਵਤਾ ਹੋ ਗਿਆ। ਰਾਮ ਦਾ ਨਾਮ ਲੈਂਦਿਆਂ ਉਹਦੇ ਸਾਰੇ ਕਲੰਕ ਧੋਤੇ ਗਏ। ਪਰਮੇਸ਼ਰ ਦੇ ਭਜਨ ਵਿੱਚ ਇਹ ਬਰਕਤ ਹੈ, ਸਾਹਿਬ ਦੇ ਅੰਮ੍ਰਿਤ ਨਾਮ ਵਿੱਚ ਇਹ ਬਰਕਤ ਹੈ ਕਿ ਹਰੀ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਣੇ ਵਾਲੇ ਗੁਰਮੁਖਾਂ ਦੇ ਸਾਰੇ ਕਲੰਕ ਧੋਤੇ ਜਾਂਦੇ ਆ, ਉਹਨਾਂ ਦੇ ਸਾਰੇ ਕਲੰਕ ਲੱਥ ਜਾਂਦੇ ਆ। ਹਾਂਜੀ। ਪਤਤ ਪਵਿੱਤ ਭੈ ਰਾਮ ਕਹਿਤ ਹੈ। ਕਹਿੰਦੇ ਵੇਖੋ ਕਿੱਡੇ ਕਿੱਡੇ ਪਤਤ ਪਾਪੀ ਉਹ ਪਵਿੱਤਰ ਹੋ ਗਏ ਜਦੋਂ ਉਹਨਾਂ ਨੇ ਆਪਣੀ ਰਸਨਾ ਤੋਂ ਕਿਹਾ ਰਾਮ। ਜਦੋਂ ਉਹਨਾਂ ਆਪਣੀ ਰਸਨਾ ਤੋਂ ਕਿਹਾ ਵਾਹਿਗੁਰੂ, ਵੱਡੇ ਵੱਡੇ ਪਤਤ ਵੀ ਪਾਪੀ ਵੀ ਪਵਿੱਤਰ ਹੋ ਗਏ, ਪਾਵਨ ਹੋ ਗਏ। ਹਰੀ ਪਰਮੇਸ਼ਰ ਦਾ ਨਾਮ ਪਤਤਾਂ ਨੂੰ ਪਾਵਨ ਕਰਨੇ ਹਾਰਾ ਹੈ। ਅਜਾਮਲ ਵਰਗੇ ਕਿੱਡੇ ਕਿੱਡੇ ਪਾਪੀ ਸਨ, ਗਣਕਾ ਵਰਗੀਆਂ ਬੇਸ਼ਮਾਵਾਂ ਰਾਮ ਨਾਮ ਕਹਿੰਦਿਆਂ ਪਵਿੱਤਰ ਹੋ ਗਏ। ਜਿਨ੍ਹਾਂ ਜਿਨ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਰਾਧਿਆ ਧਿਆਇਆ ਉਹ ਪਤਤਾਂ ਤੋਂ ਪੁਨੀਤ ਹੋ ਗਏ। ਰਾਮ ਦਾ ਨਾਮ ਕਹਿੰਦਿਆਂ ਪਤਤ ਪਵਿੱਤਰ ਹੋ ਜਾਂਦੇ ਹਨ। ਇਸ ਕਰਕੇ ਪੰਡਤ ਜੀ ਮੈਂ ਤਾਂ ਰਾਮ ਨਾਮ ਨੂੰ ਹੀ ਜਾਣਦਾ, ਮੈਂ ਨਹੀਂ ਜਾਣਦਾ ਵੇਦਾਂ ਵਿੱਚ ਕੀ ਕਿਹਾ ਗਿਆ, ਉਹ ਤੁਸੀਂ ਜਾਣੋ। ਮੈਨੂੰ ਤਾਂ ਪਰਮੇਸ਼ਰ ਦੇ ਨਾਮ ਦਾ ਪਤਾ ਵੀ ਉਹਨੂੰ ਜਪ ਕੇ ਕਲੰਕ ਮਿਟ ਜਾਂਦੇ ਐ, ਤੇ ਹਰੀ ਦਾ ਨਾਮ ਜਪ ਕੇ ਪਾਪ ਕੱਟੇ ਜਾਂਦੇ ਨੇ ਔਰ ਪਤਤਾਂ ਤੋਂ ਪਵਿੱਤਰ ਹੋ ਜਾਈਦਾ ਹੈ। ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਏ। ਰਾਮ ਦੇ ਨਾਮ ਦੇ ਨਾਲ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਤਾਂ ਪ੍ਰਤਿਗਿਆ ਆ ਗਈ। ਪ੍ਰਤਿਗਿਆ ਦਾ ਮਤਲਬ ਹੁੰਦਾ ਪ੍ਰਤੀਤ, ਭਰੋਸਾ ਆ ਗਿਆ
ਵੀ ਮੈਂ ਇਹ ਪ੍ਰਤਿਗਿਆ ਕਰ ਲਈ ਹੈ, ਯਾਨੀ ਕਿ ਇਹ ਭਰੋਸਾ ਕਰ ਲਿਆ ਹੈ ਕਿ ਬਸ ਰਾਮ ਦਾ ਨਾਮ ਹੀ ਹੈ ਜਿਹਦੇ ਨਾਲ ਜੀਵ ਦਾ ਛੁਟਕਾਰਾ ਹੋ ਸਕਦਾ ਹੈ। ਮੇਰੀ ਤਾਂ ਇਸ ਨਾਮ ਨਾਲ ਪ੍ਰੀਤ ਬਣ ਗਈ ਹੈ। ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਮੇਰਾ ਪ੍ਰੇਮ ਬਣ ਆਇਆ, ਭਰੋਸਾ ਬਣ ਆਇਆ ਹੈ। एकादशी व्रत रहै ਕਾਹੇ ਕਉ ਤੀਰਥ ਜਾਈ। ਕਹਿੰਦੇ ਜਦੋਂ ਨਾਮ ਦੇ ਨਾਲ ਹੀ ਮੇਰੀ ਪ੍ਰੀਤ ਬਣ ਆਈ ਤੇ ਹੁਣ ਮੈਨੂੰ ਇਕਾਦਸ਼ੀ ਦੇ ਵਰਤ ਰੱਖਣ ਦੀ ਲੋੜ ਨਹੀਂ ਰਹੀ। ਇਕਾਦਸ਼ੀ ਵਰਤ ਰਹਿ, ਪਹਿਲਾਂ ਇਕਾਦਸ਼ੀ ਦੇ ਵਰਤ ਰੱਖੇ ਜਾਂਦੇ ਸਨ, ਕਹਿੰਦੇ ਹੁਣ ਮੈਨੂੰ ਵਰਤਾਂ ਦੀ ਲੋੜ ਹੀ ਨਹੀਂ। ਹੁਣ ਅਲਪਹਾਰ ਸੁਲਭ ਸੀ ਨਿੰਦਰਾ ਦਾ ਵਰਤ ਆਪਣੇ ਆਪ ਹੀ ਬਣ ਗਿਆ। ਇਕਾਦਸ਼ੀ ਦੇ ਵਰਤਾਂ ਤੋਂ ਰਹਿਤ ਹੋ ਗਏ, ਕਾਹੇ ਕੋ ਤੀਰਥ ਜਾਈ। ਹੁਣ ਹਰੀ ਦਾ ਨਾਮ ਹੀ ਮੇਰੇ ਲਈ ਤੀਰਥ ਬਣ ਗਿਆ। ਇਸ ਕਰਕੇ ਹੁਣ ਹੋਰ ਕਿਹੜੇ ਤੀਰਥਾਂ ਤੇ ਜਾਣਾ। ਨਾਮ ਜਪਣ ਵਾਲਾ ਤਾਂ ਖੁਦ ਆਪ ਚੱਲਦਾ ਫਿਰਦਾ ਤੀਰਥ ਹੋ ਜਾਂਦਾ। ਜਿੱਥੇ ਚਰਨ ਪਾਉਂਦਾ ਉਹ ਥਾਂ ਤੀਰਥ ਹੋ ਜਾਂਦੀ ਹੈ। ਇਸ ਕਰਕੇ ਪੁੱਛਿਆ ਤੀਰਥ ਬੜਾ ਕਿ ਹਰ ਕਾ ਦਾਸ। ਆਖਿਆ ਹਰੀ ਦਾ ਦਾਸ ਵੱਡਾ, ਜਿੱਥੇ ਉਹਦੇ ਚਰਨ ਪੈਂਦੇ ਆ ਉਹ ਥਾਂ ਤੀਰਥ ਬਣ ਜਾਂਦੀ ਹੈ। ਤੋ ਰਾਮ ਦੇ ਨਾਮ ਦੇ ਜਾਪ ਨੂੰ ਜਪਦਿਆਂ ਮੈਨੂੰ ਇਕਾਦਸ਼ੀ ਦੇ ਵਰਤਾਂ ਦੀ ਜ਼ਰੂਰਤ ਨਹੀਂ ਰਹੀ। ਮੈਨੂੰ ਕਿਸੇ ਤੀਰਥ ਤੇ ਜਾ ਕੇ ਨਹਾਉਣ ਦੀ ਲੋੜ ਨਹੀਂ ਰਹੀ। ਭਨੰਤ ਨਾਮ ਦਿਓ ਸੁਕ੍ਰਿਤ ਸੁਮਤ ਭੈ। ਭਗਤ ਨਾਮਦੇਵ ਜੀ ਕਹਿੰਦੇ ਪ੍ਰਮੇਸ਼ਰ ਦਾ ਨਾਮ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਉਹ ਚੰਗੇ ਕੰਮ ਕਰਨ ਲੱਗ ਪਏ। ਉਹ ਸ੍ਰੇਸ਼ਟ ਮਤ ਦੇ ਸਹਿਤ ਹੋ ਗਏ, ਸੁਕ੍ਰਿਤ ਸ੍ਰੇਸ਼ਟ ਕਿਰਤ ਵਾਲੇ ਹੋ ਗਏ। ਨਾਮ ਜਪਣ ਵਾਲੇ ਚੰਗੇ ਕਰਮ ਕਰਨ ਲੱਗ ਪਏ। ਸੁਮਤ ਭਏ, ਉਹਨਾਂ ਅੰਦਰ ਸ੍ਰੇਸ਼ਟ ਮਤ ਆ ਗਈ। ਗੁਰਮਤਿ ਰਾਮ ਕਹੈ ਕੋ ਨਾ ਬੈਕੁੰਠ ਗਏ। ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੇ ਰਾਮ ਨਾਮ ਕਿਹਾ, ਭਗਤ ਜੀ ਕਹਿੰਦੇ ਦੱਸੋ ਕਿਹੜਾ ਕਿਹੜਾ ਬੈਕੁੰਠ ਨਹੀਂ ਗਿਆ। ਮੈਂ ਕਿੰਨਿਆਂ ਕੁ ਦੀ ਗਿਣਤੀ ਦੱਸਾਂ ਵੀ ਜਿਨ੍ਹਾਂ ਨਾਮ ਜਪਿਆ ਉਹ ਸਾਰੇ ਬੈਕੁੰਠ, ਯਾਨੀ ਕਿ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਭੇਦ ਹੋ ਗਏ। ਨਿਰੰਕਾਰ ਦੇ ਮਹੱਲ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਹਰੀ ਪਰਮੇਸ਼ਰ ਦਾ ਨਾਮ ਜਪਿਆ। ਤੀਨ ਛੰਦੇ ਖੇਲ ਆਛਾ। ਕਹਿੰਦੇ ਆ ਤੀਨ ਛੰਦੇ, ਤੀਨ ਦਾ ਮਤਲਬ ਤਿੰਨ। ਆ ਤ੍ਰੈਗੁਣੀ ਮਾਇਆ ਜਿਹੜੀ ਆ ਰਜੋ ਗੁਣ ਤਮੋ ਗੁਣ, ਇਹ ਸਾਰੀ ਖੇਡ ਇਹਦੇ ਵਿੱਚ ਰਚੀ ਹੋਈ ਸਾਰੇ ਸੰਸਾਰ ਦੀ। ਹਾਂਜੀ ਰਹਾਉ ਕੁੰਭਾਰ ਕੇ ਘਰ ਹਾਂਡੀ ਆਛਾ ਰਾਜਾ ਕੇ ਘਰ ਸੰਡੀ ਗੋ। ਕਹਿੰਦੇ ਘੁਮਿਆਰ ਹੁੰਦਾ ਉਹਦੇ ਘਰ ਹਾਂਡੀਆਂ ਚੰਗੀਆਂ ਲੱਗਦੀਆਂ, ਉਹਦੇ ਹਰ ਹਾਂਡੀਆਂ ਹੋਣ ਮਿੱਟੀ ਦੇ ਪਏ ਬਰਤਨ, ਤਾਂ ਹੀ ਘੁਮਿਆਰ ਦਾ ਘਰ ਸੋਭਦਾ। ਉਹ ਕਾਹਦਾ ਘੁਮਿਆਰ ਜੇ ਉਹਦੇ ਘਰ ਵਿੱਚ ਮਿੱਟੀ ਦੇ ਬਰਤਨ ਹੀ ਕੋਈ ਨਹੀਂ, ਹਾਂਡੀਆਂ ਕੋਈ ਨਹੀਂ, ਘੜੇ ਨਹੀਂ ਹਨ। ਕਹਿੰਦੇ ਜਿਵੇਂ ਘੁਮਿਆਰ ਦੇ ਘਰ ਦੇ ਵਿੱਚ ਹਾਂਡੀਆਂ ਸੋਭਦੀਆਂ ਨੇ, ਆਛਾ ਦਾ ਮਤਲਬ ਸੋਭਦੀਆਂ ਨੇ। ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਜੰਮਪਲ ਸੀ, ਇਸ ਕਰਕੇ ਉਧਰ ਦੀ ਮਰਾਠੀ ਬੋਲੀ ਦੇ ਵਿੱਚ ਵੀ ਇਹ ਕੁਝ ਸ਼ਬਦ ਆ ਰਹੇ ਨੇ। ਰਾਜਾ ਕੇ ਘਰ ਸਾਂਡੀ ਗੋ। ਸਾਂਡੀ ਕਹਿੰਦੇ ਨੇ ਹੱਥਣੀ ਨੂੰ। ਸਾਂਡੀ ਨਾਮ ਫੌਜਾਂ ਦਾ ਵੀ ਹੁੰਦਾ, ਸੈਨਾ ਦਾ ਵੀ ਹੁੰਦਾ। ਕਹਿੰਦੇ ਰਾਜਿਆਂ ਦੇ ਘਰ ਸੋਭਦੇ ਨੇ, ਹੱਥੜੀਆਂ ਸੋਭਦੀਆਂ ਨੇ, ਹਾਥੀ ਸੋਭਦੇ ਨੇ, ਸੈਨਾ ਸੋਭਦੀ ਹੈ। ਬਾਮਨ ਕੇ ਘਰ ਰਾਂਡੀ ਆਛਾ। ਬਾਹਮਣਾ ਦੇ ਘਰ ਵਿੱਚ ਰਾਂਡੀ। ਹੁਣ ਜਦੋਂ ਵਿਚਾਰ ਨਾ ਕਰਾਂਗੇ ਤੇ ਰਾਂਡੀ ਦੇ ਅਰਥ ਵੀ ਨਾ ਸਮਝ ਆਉਣਗੇ। ਇੱਥੇ ਰਾਂਡੀ ਦਾ ਅਰਥ ਹੈ ਜੋਤਿਸ਼ ਸ਼ਾਸਤਰ। ਬ੍ਰਾਹਮਣ ਦੇ ਘਰ ਵਿੱਚ ਵਿਦਿਆ ਦੇ ਗ੍ਰੰਥ ਸੋਭਦੇ ਨੇ। ਜੇ ਵਿਦਿਆ ਹੋਵੇਗੀ ਤੇ ਬ੍ਰਾਹਮਣ ਦਾ ਘਰ ਸੋਭਦਾ। ਜਿਹੜੇ ਬ੍ਰਾਹਮਣ ਕੋਲ ਵਿਦਿਆ ਨਹੀਂ, ਕਾਹਦਾ ਬ੍ਰਾਹਮਣ? ਬ੍ਰਾਹਮਣ ਤਾਂ ਹੋਈ ਜਿਹੜਾ ਵਿਦਿਆ, ਜਿਹਨੂੰ ਵਿਦਿਆ ਦਾ ਪਤਾ, ਜਿਸ ਦੇ ਘਰ ਵਿੱਚ ਰਾਂਡੀ ਦਾ ਇੱਥੇ ਅਰਥ ਹੈ ਸ਼ਾਸਤਰਾਂ ਦਾ, ਜਿਹਦੇ ਘਰ ਵਿੱਚ ਨਿਵਾਸ ਹੋਵੇ, ਵਿਦਿਆ ਦੇ ਗ੍ਰੰਥ ਹੋਣ, ਧਰਮ ਗ੍ਰੰਥ ਜਿਸ ਬ੍ਰਾਹਮਣ ਦੇ ਘਰ ਹੋਣ, ਉਹ ਬ੍ਰਾਹਮਣ ਦਾ ਘਰ ਸੋਭਦਾ। ਰਾਂਡੀ ਸਾਂਡੇ ਹਾਂਡੀ ਗੋ। ਹੁਣ ਤਿੰਨੇ ਚੀਜ਼ਾਂ ਇਕੱਠੀਆਂ ਵਰਤ ਰਹੇ ਨੇ, ਘੁਮਿਆਰ, ਰਾਜਾ ਤੇ ਬ੍ਰਾਹਮਣ। ਫਿਰ ਤਿੰਨੇ ਚੀਜ਼ਾਂ ਇਕੱਠੀਆਂ ਵਰਤ ਲੀਆਂ ਨੇ। ਰਾਂਡੀ ਸਾਂਡੀ ਹਾਂਡੀ ਗੋ, ਤਿੰਨੇ ਇਕੱਠੇ ਆ ਗਏ ਨਾ। ਪਹਿਲਾਂ ਤਿੰਨਾਂ ਦਾ ਵੱਖਰਾ ਵੱਖਰਾ ਵੇਰਵਾ ਦਿੱਤਾ, ਹੁਣ ਤਿੰਨਾਂ ਦੀ ਇੱਥੇ ਰਾਂਡੀ ਸਾਂਡੀ ਹਾਂਡੀ ਗੋ।
ਰਾਂਡੀ ਦਾ ਮਤਲਬ ਬ੍ਰਾਹਮਣ ਦੇ ਘਰ, ਸ਼ਾਸਤਰ, ਵਿਦਿਆ। ਔਰ ਇਸੇ ਤਰ੍ਹਾਂ ਸਾਂਡੀ ਦਾ ਮਤਲਬ ਹੁੰਦਾ ਰਾਜਿਆਂ ਦੇ ਘਰ ਵਿੱਚ ਹੱਥਣੀਆਂ, ਫੌਜਾਂ, ਸੈਨਾ, ਉਹ ਸੋਭਦੀ ਹੈ। ਹਾਂਡੀ ਗੋ ਔਰ ਘੁਮਿਆਰ ਦੇ ਘਰ ਹਾਂਡੀਆਂ, ਮਿੱਟੀ ਦੇ ਬਣੇ ਹੋਏ ਬਰਤਨ ਸੋਭਦੇ ਹਨ। ਬਾਣੀਏ ਕੇ ਘਰ ਹੀਂਗ ਆਛੈ। ਬਾਣੀਆਂ ਦੁਕਾਨਦਾਰ, ਉਹਦੇ ਘਰ ਦੇ ਵਿੱਚ ਹਿੰਗ ਜਾਂ ਹੋਰ ਮਸਾਲੇ, ਹੋਰ ਜਿੰਨੇ ਕਰਿਆਨੇ ਦਾ ਸਮਾਨ ਹੋਵੇ ਤਾਂ ਹੀ ਸੋਭਦਾ ਨਾ। ਉਹਦਾ ਘਰ ਬਣੀਏ ਦੀ ਦੁਕਾਨ ਦਾ, ਉਹ ਬਣੀਏ ਦੀ ਦੁਕਾਨ ਵਿੱਚ ਹੀਂਗ ਵਗੈਰਾ ਵਗੈਰਾ ਜਿਹੜੇ ਮਸਾਲੇ ਨੇ ਉਹ ਹੋਣ ਤਾਂ ਸੋਭਦਾ ਹੈ। ਐਸੋ ਮੰਥੈ ਸਿੰਘ ਗੋ। ਆ ਪੈਸਰ ਮਾਥੈ ਸਿੰਘ ਗੋ। ਪੈਸਰ ਕਹਿੰਦੇ ਨੇ ਭੈਂਸੇ ਨੂੰ। ਭੈਂਸ ਉਹ ਤਾਂ ਸੋਭਦੀ ਹੈ ਜੇ ਉਹਦੇ ਖੁੰਡੇ ਜੇ ਸਿੰਘ ਹੋਣ ਮੱਝ ਦੇ ਸਿਰ ਤੇ। ਜਿਹੜੇ ਖੁੰਡੇ ਸਿੰਘਾਂ ਵਾਲੀ ਮੱਝ ਹੁੰਦੀ ਸੋਹਣੀ ਲੱਗਦੀ ਹੈ ਵੇਖਣ ਨੂੰ, ਦੂਜੀਆਂ ਮੱਝਾਂ ਨਾਲੋਂ, ਮਈਆਂ ਨਾਲੋਂ ਉਹਦਾ ਮੁੱਲ ਵੀ ਅਧਿਕ ਹੁੰਦਾ ਹੈ। ਤੋ ਕਹਿੰਦੇ ਪੈਸਰ ਨਾਮ ਮਹਾਂਪੁਰਸ਼ਾਂ ਨੇ ਗੈਂਡੇ ਦਾ ਵੀ ਕੀਤਾ। ਗੈਂਡਾ ਤਾਂ ਸੋਭਦਾ ਜੇ ਉਹਦੇ ਸਿਰ ਤੇ ਸਿੰਘ ਹੋਵੇ। ਹਾਂਜੀ। ਦੇਵਲ ਮੱਧੇ ਲੀਗ ਆਛੈ। ਲੀਗ ਸੇਗ ਹੇਗ ਗੋ। ਤੇ ਦੇਵਲ ਦਿਵਾਲਿਆ ਮੰਦਰਾਂ ਦੇ ਮੰਦਰ ਤਾਂ ਸੋਭਦੇ ਨੇ ਜੇ ਉਹਨਾਂ ਮੰਦਰਾਂ ਵਿੱਚ ਲਿੰਗ ਕਹੀਏ, ਸ਼ਿਵਲਿੰਗ ਵਗੈਰਾ ਰੱਖੇ ਹੁੰਦੇ, ਉਹ ਮੰਦਰ ਤਾਂ ਹੀ ਮੰਦਰ ਨੇ ਨਾ, ਉਹ ਉੱਥੇ ਸੋਭਦੇ ਹਨ। ਤੇ ਫਿਰ ਹੁਣ ਤਿੰਨੇ ਚੀਜ਼ਾਂ ਇਕੱਠੀਆਂ ਵਰਤਦੇ, ਬਾਣੀਏ ਦੇ, ਪੈਸਰ ਦੇ ਤੇ ਦੇਵਲ ਦੇ। ਤਿੰਨਾਂ ਦੇ ਤਿੰਨ ਤਿੰਨ ਵੱਖਰੇ ਦੱਸੋ, ਹੁਣ ਇਕੱਠਾ ਵਰਤਦੇ ਨੇ ਤਿੰਨਾਂ ਨੂੰ। ਕੀ ਕਹਿੰਦੇ ਆ? ਲੀਂਗ ਸਿੰਘ ਹੀਂਗ ਗੋ। ਦੇਵਲ ਵਿੱਚ ਲੀਂਗ ਸੋਭਦਾ ਹੈ ਔਰ ਪੈਸਰ ਦੇ ਮੱਥੇ ਦੇ ਉੱਤੇ ਕੁੰਡੇ ਸਿੰਘ ਸੋਭਦੇ ਨੇ। ਔਰ ਬਣੀਏ ਦੇ ਘਰ ਵਿੱਚ ਹਿੰਗ ਵਗੈਰਾ ਆਦਿਕ ਸੌਦਾ ਜਿਹੜਾ ਹੁੰਦਾ ਗਰੋਸਰੀ ਦਾ, ਉਹ ਸੋਭਦਾ ਕਰਿਆਨੇ ਦਾ। ਤੇਲੀ ਕੈ ਘਰ ਤੇਲ ਆਛੈ। ਤੇਲੀ ਦੇ ਘਰ ਵਿੱਚ ਤੇਲ ਹੋਵੇ ਤਾਂ ਸੋਭਦਾ। ਤੇਲੀ ਦਾ ਘਰ ਤੇਲ ਕਰਕੇ ਉਹਨੂੰ ਤੇਲੀ ਕਿਹਾ ਜਾਂਦਾ। ਤੇਲੀ ਦੇ ਘਰ ਦੇ ਵਿੱਚ ਤੇਲ ਚੰਗਾ ਲੱਗਦਾ। ਜੰਗਲ ਮੱਧੇ ਬੇਲ ਗੋ। ਤੇ ਜੰਗਲ ਵਿੱਚ ਤਾਂ ਸੋਭਦਾ ਜੇ ਜੰਗਲ ਵਿੱਚ ਹਰੀਆਂ ਹਰੀਆਂ ਵੇਲਾਂ ਹੋਣ, ਹਰੇ ਹਰੇ ਬੂਟੇ ਹੋਣ, ਹਰਿਆਵਲ ਹੋਵੇ, ਜੰਗਲ ਤਾਂ ਸੋਭਦਾ। ਮਾਲੀ ਕੇ ਘਰ ਕੇਲ ਆਛੈ। ਮਾਲੀ ਦੇ ਘਰ ਦੇ ਵਿੱਚ ਕੇਲ ਕਹੀਏ, ਸੋਹਣੇ ਸੋਹਣੇ ਬਗੀਚੇ ਹੋਣ ਤਾਂ ਉਸ ਮਾਲੀ ਦਾ ਘਰ ਸੋਭਦਾ। ਕੇਲ ਬੇਲ ਤੇਲ ਗੋ। ਹੁਣ ਤਿੰਨੇ ਚੀਜ਼ਾਂ ਇਕੱਠੀਆਂ ਵਰਤਦੇ, ਕੇਲ ਬੇਲ ਤੇਲ ਗੋ। ਤੇਲੀ ਦੇ ਘਰ ਤੇਲ ਔਰ ਮਾਲੀ ਦੇ ਘਰ ਕੇਲ ਕਹੀਏ, ਬਗੀਚਾ, ਔਰ ਜੰਗਲ ਦੇ ਵਿੱਚ ਬੇਲ, ਸੋਹਣੀਆਂ ਵੇਲਾਂ, ਹਰਿਆਵਲ ਹੋਵੇ ਤਾਂ ਸੋਭਦੇ ਹਨ। ਸੰਤਾਂ ਮੱਧੇ ਗੋਬਿੰਦ ਆਛੈ। ਕਹਿੰਦੇ ਇਸੇ ਤਰ੍ਹਾਂ ਸੰਤ ਉਹ ਸੋਭਦੇ ਨੇ ਜਿਨ੍ਹਾਂ ਦੇ ਅੰਦਰ ਗੋਬਿੰਦ ਵਸਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਤੇ ਸਾਰੀਆਂ ਉਦਾਹਰਣਾਂ ਦੇ ਕੇ ਹੁਣ ਸਿਧਾਂਤ ਇੱਥੇ ਦੱਸਦੇ ਆ। ਕਹਿੰਦੇ ਸੰਤਾਂ ਦੇ ਵਿੱਚ, ਸੰਤਾਂ ਮੱਧੇ ਗੋਬਿੰਦ ਆਛੈ। ਸੰਤਾਂ ਦੇ ਵਿੱਚ ਗੋਬਿੰਦ ਸੋਭਦਾ। ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਸੋਭਨੀਕ ਹੁੰਦਾ ਤਾਂ ਉਹ ਸੰਤ ਸੋਭਦੇ ਹਨ। ਗੋਕਲ ਮੱਧੇ ਸਿਆਮ ਗੋ। ਗੋਕਲ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਨਿਵਾਸ ਹੈ। ਉਹ ਗੋਕਲ ਦੇ ਵਿੱਚ ਕ੍ਰਿਸ਼ਨ ਜੀ ਦਾ ਮੰਦਿਰ ਹੀ ਖਤਮ ਕਰ ਦਿਓ, ਫਿਰ ਕਾਹਦਾ ਗੋਕਲ? ਕਹਿੰਦੇ ਗੋਕਲ ਸੋਭਦਾ ਸ਼ਿਆਮ ਕਰਕੇ। ਭਗਵਾਨ ਕ੍ਰਿਸ਼ਨ ਜੀ ਦੇ ਉੱਥੇ ਮੰਦਿਰ ਨੇ, ਉਹਨਾਂ ਦੇ ਅਸਥਾਨ ਨੇ, ਤਾਂ ਉਹ ਗੋਕਲ ਸੋਭਦਾ ਹੈ। ਨਾਮੇ ਮੱਧੇ RAM ਆਛੈ। ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਵਿੱਚ ਤਾਂ ਮੇਰਾ ਰਾਮ ਹੀ ਸੋਭਦਾ ਹੈ। ਨਾਮੇ ਮੱਧੇ RAM ਆਛੈ। ਨਾਮਦੇਵ ਜੀ ਕਹਿੰਦੇ ਮੇਰੇ ਵਿੱਚ ਮੇਰਾ ਰਾਮ ਆਛੈ, ਸੋਭਦਾ ਹੈ। ਰਾਮ ਸਿਆਮ ਗੋਬਿੰਦ ਗੋ। ਕਹਿੰਦੇ ਰਾਮ ਉਹੀ ਸ਼ਿਆਮ ਉਹੀ ਗੋਬਿੰਦ ਮੇਰੇ ਹਿਰਦੇ ਵਿੱਚ ਸ਼ੋਭਨੀਕ ਹੁੰਦਾ, ਉਹੀ ਮੇਰੇ ਹਿਰਦੇ ਵਿੱਚ ਵਸਦਾ ਹੈ। ਜਿਵੇਂ ਉੱਪਰ ਦੱਸਿਆ ਨਾ, ਸੰਤਾਂ ਮੱਧੇ ਗੋਬਿੰਦ ਤੇ ਗੋਕਲ ਮੱਧੇ ਸਿਆਮ। ਇੱਥੇ ਫਿਰ ਨਾਮਦੇਵ ਜੀ ਦੇ ਅੰਦਰ ਰਾਮ ਤੇ ਤਿੰਨਾਂ ਨੂੰ ਇਕੱਠਿਆਂ ਵਰਤ ਕੇ ਕਹਿੰਦੇ ਰਾਮ ਸਿਆਮ ਗੋਬਿੰਦ ਗੋ। ਕਹਿੰਦੇ ਮੇਰੇ ਹਿਰਦੇ ਵਿੱਚ ਉਹ ਰਾਮ ਸ਼ਿਆਮ ਰੂਪ ਹੋ ਕੇ, ਗੋਬਿੰਦ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਮੇਰੇ ਹਿਰਦੇ 'ਚ ਵਸਦਾ ਹੈ। ਤੋ ਇਹਨਾਂ ਚੀਜ਼ਾਂ ਕਰਕੇ ਜਿਵੇਂ ਉਪਰੋਕਤ ਸਾਰੀਆਂ ਚੀਜ਼ਾਂ ਸੋਭਦੀਆਂ ਨੇ, ਨਾਮਦੇਵ ਜੀ ਕਹਿੰਦੇ ਮੈਂ ਪਰਮੇਸ਼ਰ ਦੇ ਨਾਮ ਕਰਕੇ ਸ਼ੋਭਦਾ ਹਾਂ। ਉਹਦੇ ਨਾਮ ਕਰਕੇ ਮੇਰਾ ਹਿਰਦਾ ਸ਼ੋਭਨੀਕ ਹੈ। ਸਤਿਗੁਰੂ ਜੀ ਕਿਰਪਾ ਕਰਨ।
ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹਰ ਦਰਸ਼ਨ ਸਾਤ ਸਰੀਰ, ਹਰ ਦਰਸ਼ਨ ਸਾਤ ਸਰੀਰ। ਹਰ ਦਰਸ਼ਨ ਸਾਤ ਸਰੀਰ, ਹਰ ਦਰਸ਼ਨ ਸਾਤ ਸਰੀਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।